पावन दर्शन दीदार ਅਤੇ संत बाबा साधु सिंह जी महाराज जी की ਇਹ ਤੀਸਰੀ ਬਰਸੀ ਮਨਾਉਣ ਵਾਸਤੇ ਹਾਜ਼ਰੀਆਂ ਭਰ ਰਹੇ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਦੀ ਹਜ਼ੂਰੀ ਵਿੱਚ ਬੈਠੀ ਹੋਈ ਗੁਰੂ ਕੀ ਸਾਧ ਸੰਗਤ, ਸਭ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਆਪਾਂ ਬੁਲਾਈਏ। ਉਸ ਤੋਂ ਉਪਰੰਤ ਸੰਤ ਬਾਬਾ ਸਾਧੂ ਸਿੰਘ ਜੀ ਦੇ ਜੋ ਦਰਸ਼ਨ ਕਰਕੇ ਕੁਝ ਕੌਤਕ ਉਹਨਾਂ ਦੇ ਮੈਂ ਅੱਖਾਂ ਦੇ ਨਾਲ ਦੇਖੇ ਹੈ, ਤੱਕੇ ਹੈ, ਸੁਣੇ ਹੈ, ਉਹ ਆਪਾਂ ਬੇਨਤੀ ਕਰਾਂਗੇ। ਸਭ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਸਾਰਿਆਂ ਨੇ ਬੁਲਾਉਣੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ जी की फतेह। संत हरि के दास हैं, संत हरि के पूत, संत न होते जगत में तो साईं जाता ऊत। कि कवि ने बड़ा सोहना लिखिया है कि संत परमेश्वर दे पुत्र है। जे संसार दे विच संत ना हुंदे तां सच जाणो जिवें किसे दे घर कोई बच्चा नहीं हुंदा, औलाद नहीं हुंदी ते लोक उहनूं की कहिंदे आ। ਇਸੇ ਤਰ੍ਹਾਂ ਪਰਮੇਸ਼ਰ ਨੂੰ ਵੀ ਲੋਕਾਂ ਨੇ ਕਹਿਣਾ ਸੀ ਕਿ ਤੁਹਾਡਾ ਸੰਸਾਰ ਦੇ ਵਿੱਚ ਪੁੱਤਰ ਹੀ ਕੋਈ ਨਹੀਂ, ਤੁਸੀਂ ਪਰਮੇਸ਼ਰ ਬਣੇ ਫਿਰਦੇ ਹੋ। ਇਸ ਲਈ ਸੰਤ ਪਰਮੇਸ਼ਰ ਦੇ ਪੁੱਤਰ ਹੁੰਦੇ ਆ, ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫੈਸਲਾ ਦੇ ਦਿੱਤਾ ਹੈ, ਸੰਤਨ ਹੱਥ ਰਾਖੀ ਕੂੰਜੀ। ਇਸ ਖਜ਼ਾਨੇ ਦੀ ਚਾਬੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਰੂਪੀ ਖਜ਼ਾਨੇ ਦੀ ਚਾਬੀ ਜਿਹੜੀ ਹੈ ਉਹ ਸੰਤਾਂ ਦੇ ਹੱਥ ਵਿੱਚ ਦੇ ਦਿੱਤੀ ਹੈ। ਕੋਈ ਵੀ ਵਸਤੂ ਪ੍ਰਾਪਤ ਕਰਨੀ ਹੋਵੇ, ਜੋ ਸੰਤਾਂ ਦੇ ਚਰਨਾਂ ਵਿੱਚ ਬੇਨਤੀ ਕਰਕੇ ਜਿੰਨੀ ਛੇਤੀ ਪ੍ਰਾਪਤੀ ਹੋ ਸਕਦੀ ਹੈ, ਉਸ ਤੋਂ ਛੇਤੀ ਹੋਰ ਕੋਈ ਵੀ ਤਰੀਕਾ ਨਹੀਂ ਪ੍ਰਾਪਤੀ ਕਰਨ ਦਾ। ਮਹਾਂਪੁਰਸ਼ਾਂ ਦੇ ਇੱਕ ਸੇਵਕ ਸਨ, ਮੈਂ ਅੱਖਾਂ ਦੇ ਨਾਲ ਤੱਕਿਆ ਸੀ, ਦੇਖਿਆ ਸੀ, ਬੈਠੇ ਹੋਏ ਸੀ, ਹਜੂਰ ਸਾਹਿਬ ਬੈਠੇ ਹੋਏ ਸੀ। ਸੰਤ ਬਾਬਾ ਲੱਖਾ ਸਿੰਘ ਜੀ ਦੇ ਕੋਲ ਆ ਕੇ ਉਹਨਾਂ ਨੇ ਬੇਨਤੀ ਕੀਤੀ, ਕਹਿੰਦੇ ਸਾਡੇ ਘਰ ਦੇ ਵਿੱਚ ਬੱਚਾ ਨਹੀਂ ਹੈ, ਜੇ ਬਾਬਾ ਜੀ ਦੇ ਚਰਨਾਂ ਵਿੱਚ ਆਪ ਬੇਨਤੀ ਕਰੋ ਤਾਂ ਹੋ ਸਕਦਾ ਹੈ ਸਾਡੀ ਝੋਲੀ ਦੇ ਵਿੱਚ ਇਹ ਪਰਮੇਸ਼ਰ ਦੀ ਦਾਤ ਪ੍ਰਾਪਤ ਹੋ ਜਾਵੇ। ਸੋ ਬਾਬਾ ਜੀ ਨੇ ਬਾਬਾ ਜੀ ਨੂੰ ਬੇਨਤੀ ਕੀਤੀ। ਬਾਬਾ ਜੀ ਕਿੰਨਾ ਚਿਰ ਤੱਕ ਚੁੱਪ ਰਹੇ। ਫਿਰ ਬਾਬਾ ਜੀ ਨੇ ਕਿਰਪਾ ਕੀਤੀ। ਸਾਧ ਸੰਗਤ ਜੀ, ਇਹ ਅੱਖਾਂ ਦੇ ਨਾਲ ਵੇਖਣ ਦੀ ਗੱਲ ਹੈ ਕਿ ਮਹਾਂਪੁਰਸ਼ਾਂ ਨੇ ਐਸੀ ਕਿਰਪਾ ਕੀਤੀ ਕਿ ਉਹਨਾਂ ਦੇ ਘਰ ਅਗਲੇ ਸਾਲ ਪੁੱਤਰ ਦੀ ਪ੍ਰਾਪਤੀ ਹੋ ਗਈ। ਇੱਕ ਹੋਰ ਬਾਬਾ ਜੀ ਦੇ ਸੇਵਕ ਸਨ ਹਜੂਰ ਸਾਹਿਬ ਦੇ ਵਿੱਚ, ਉਹਨਾਂ ਦੇ ਘਰ ਬੱਚਾ ਹੋਇਆ ਤੇ ਚੜ੍ਹਾਈ ਕਰ ਗਿਆ। 10 ਸਾਲ ਹੋ ਗਏ ਕੋਈ ਬੱਚਾ ਨਹੀਂ ਹੋ ਰਿਹਾ। ਸੋ ਬਾਬਾ ਜੀ ਦੇ ਚਰਨਾਂ ਵਿੱਚ ਆਏ। ਬਾਬਾ ਜੀ ਪਤਾ ਨਹੀਂ ਕਿਹੜੀ ਮੌਜ ਵਿੱਚ ਬੈਠੇ ਹੋਏ ਸਨ। ਉਸ ਸਿੰਘ ਦਾ ਨਾਮ ਲੈ ਕੇ ਬਾਬਾ ਜੀ ਕਹਿਣ ਲੱਗੇ, ਕਿਉਂ ਭਈ ਤੇਰੇ ਘਰ ਦੇ ਵਿੱਚ ਕਿੰਨੇ ਬੱਚੇ? ਬਾਬਾ ਜੀ ਆਪ ਪੁੱਛਣ ਲੱਗ ਪਏ ਉਹਨੂੰ। ਸਾਹਮਣੇ ਬੈਠੇ ਬਾਬਾ ਲੱਖਾ ਸਿੰਘ ਜੀ ਬੈਠੇ ਹੋਏ ਸਨ। ਕਹਿੰਦੇ ਦੱਸ ਵੀ ਗੁਰਮੁਖਾ ਤੇਰੇ ਘਰ ਵਿੱਚ ਕਿੰਨੇ ਬੱਚੇ? ਉਹ ਕਹਿੰਦਾ ਪਾਤਸ਼ਾਹ ਬੱਚਾ ਹੋਇਆ ਸੀ 10 ਸਾਲ ਹੋ ਗਏ ਹੈ, ਬੱਚਾ ਹੋਇਆ ਸੀ ਚੜ੍ਹਾਈ ਕਰ ਗਿਆ, ਹੁਣ 10 ਸਾਲ ਹੋ ਗਏ ਹੈ। ਤੇ ਬਾਬਾ ਜੀ ਕਹਿੰਦੇ ਕਿ ਹੁਣ ਨਹੀਂ ਹੋ ਸਕਦਾ। ਬਾਬਾ ਜੀ ਆਪ ਪੁੱਛਿਆ ਉਹ ਸਿੰਘ ਨੂੰ, ਅਸੀਂ ਬੈਠੇ ਹੋਏ ਆਪ ਬਾਬਾ ਜੀ ਪੁੱਛਣ ਲੱਗੇ, ਕਹਿੰਦੇ ਹੁਣ ਨਹੀਂ ਹੋ ਸਕਦਾ। ਕਹਿੰਦੇ ਪਾਤਸ਼ਾਹ ਆਪ ਕਿਰਪਾ ਕਰੇ ਤਾਂ ਕੀ ਨਹੀਂ ਹੋ ਸਕਦਾ। ਸੋ ਬਾਬਾ ਜੀ ਨੇ ਕਿਰਪਾ ਕੀਤੀ। ਅਗਲੇ ਸਾਲ ਗਏ, ਉਹਦੇ ਘਰ ਵਿੱਚ ਬੱਚੀ ਨੇ ਜਨਮ ਲਿਆ। ਸੋ ਫਿਰ ਮੱਥਾ ਟੇਕਣ ਵਾਸਤੇ ਬਾਬਾ ਜੀ ਦੇ ਚਰਨਾਂ ਵਿੱਚ ਆਏ, ਹਾਜ਼ਰ ਹੋਏ। ਫਿਰ ਪੁੱਛਿਆ, ਬਾਬਾ ਜੀ ਵੇਖੋ ਬ੍ਰਹਮ ਗਿਆਨੀ ਦੀ ਕਹਾਣੀ ਕੈਸੀ ਹੈ। ਜੋ ਬ੍ਰਹਮ ਗਿਆਨੀ ਹੁੰਦੇ, ਬ੍ਰਹਮ ਗਿਆਨੀ ਨੂੰ ਕੁਝ ਕਹਿਣ ਦੀ ਲੋੜ ਨਹੀਂ ਹੁੰਦੀ, ਕਿਉਂਕਿ ਬ੍ਰਹਮ ਗਿਆਨੀ ਸਦਾ ਸਦ ਜਾਗਤ। ਬ੍ਰਹਮ ਗਿਆਨੀ ਹਮੇਸ਼ਾ ਜਾਗਦਾ ਹੁੰਦਾ। ਕੋਈ ਕਹਿੰਦਾ ਜੀ ਫਲਾਣੇ ਨੇ ਸ਼ਰਾਪ ਦੇਤਾ ਸੰਤ ਨੇ, ਕੋਈ ਸੰਤ ਸੁੱਤੇ ਹੋਏ ਸ਼ਰਾਪ ਨਹੀਂ ਦਿੰਦੇ। ਮਹਾਂਪੁਰਸ਼ਾਂ ਦੇ ਅੰਤਰਜਾਮੀ ਹੁੰਦੇ। ਬ੍ਰਹਮ ਗਿਆਨੀ ਕੋਈ ਜਾਗਦਾ ਨਹੀਂ ਹੈ, ਕੋਈ ਬ੍ਰਹਮ ਗਿਆਨੀ ਕੋਈ ਸੁੱਤਾ ਹੋਇਆ ਨਹੀਂ। ਬ੍ਰਹਮ ਗਿਆਨੀ ਹਮੇਸ਼ਾ ਹੀ ਜਾਗਦਾ ਹੈ, ਸਤਿਗੁਰੂ ਕਹਿੰਦੇ। ਅਗਲੇ ਸਾਲ ਫੇਰ ਕਹਿੰਦੇ ਕਿੰਨੇ ਬੱਚੇ? ਕਹਿੰਦੇ ਪਾਤਸ਼ਾਹ ਤੁਹਾਡੀ ਕਿਰਪਾ ਦੇ ਨਾਲ ਬੱਚੀ ਹੋਈ ਘਰ ਦੇ ਵਿੱਚ। ਕਹਿੰਦੇ ਹੋਰ ਨਹੀਂ ਹੋ ਸਕਦਾ। ਅਗਲੇ ਸਾਲ ਫੇਰ ਕਿਰਪਾ ਹੋਈ ਸਤਿਗੁਰੂ ਜੀ ਤੇ ਦੂਜੀ ਬੱਚੀ ਨੇ ਜਨਮ ਲਿਆ। ਸੋ ਇਸ ਕਰਕੇ ਸਾਧ ਸੰਗਤ ਜੀ, ਅੱਖਾਂ ਦੇ ਨਾਲ ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ। ਜੋ ਮੈਂ ਬੇਨਤੀ ਕੀਤੀ ਹੈ ਕਿ ਸੰਤਾਂ ਦੇ ਹੱਥ ਵਿੱਚ ਚਾਬੀ ਦਿੱਤੀ ਹੈ ਪਰਮੇਸ਼ਰ ਨੇ। ਜੋ ਕੰਮ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸੰਤਾਂ ਨੂੰ ਸੌਂਪਿਆ ਹੈ, ਜਿਹੜਾ ਕਿਤੋਂ ਵੀ ਨਹੀਂ ਹੋ ਸਕਦਾ, ਉਹ ਮਹਾਂਪੁਰਸ਼ ਕਰ ਸਕਦੇ ਆ।
ਇਸ ਲਈ ਅੱਜ ਆਪਾਂ ਉਹਨਾਂ ਮਹਾਂਪੁਰਸ਼ਾਂ ਦੀ ਯਾਦ ਦੇ ਵਿੱਚ ਜੁੜ ਕੇ ਬੈਠੇ ਆਂ। ਸ੍ਰੀਮਾਨ ਸੰਤ ਬਾਬਾ ਸਾਧੂ ਸਿੰਘ ਜੀ ਮਹਾਂਪੁਰਸ਼, ਜਿਨ੍ਹਾਂ ਦੀ ਯਾਦ ਵਿੱਚ ਆਪਾਂ ਸਾਰੇ ਅੱਜ ਤੀਜੀ ਬਰਸੀ ਮਹਾਂਪੁਰਸ਼ਾਂ ਦੀ ਮਨਾ ਰਹੇ ਹਾਂ। ਸੋ ਉਹਨਾਂ ਨੂੰ ਆਪਾਂ ਸਾਰੇ ਯਾਦ ਕਰ ਰਹੇ ਹਾਂ, ਕਿਉਂਕਿ ਜਦੋਂ ਬਾਬਾ ਜੀ ਇੱਕ ਵਾਰੀ ਕਾਫੀ ਢਿੱਲੇ ਹੋ ਗਏ, ਆਪਰੇਸ਼ਨ ਸੀ ਦਿੱਲੀ ਦੇ ਵਿੱਚ, ਬਾਬਾ ਲੱਖਾ ਸਿੰਘ ਜੀ ਨੇ ਮੈਨੂੰ ਫੋਨ ਕੀਤਾ, ਕਹਿੰਦੇ ਛੇਤੀ ਜਹੇਦਾਰ ਸਾਹਿਬ ਜੀ ਨੂੰ ਬੇਨਤੀ ਕਰਕੇ ਤੇ ਅਖੰਡ ਪਾਠ ਆਰੰਭ ਕਰਾਓ। ਸੋ ਮੈਂ ਬੇਨਤੀ ਕੀਤੀ, ਪੰਜ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਤੇ ਪੰਜ ਪਿਆਰੇ ਸਾਹਿਬਾਨਾਂ ਨੇ, ਸਾਡੇ ਜਹੇਦਾਰ ਸਾਹਿਬ ਜੀ ਨੇ ਕਿਹਾ ਵੀ ਬਾਬਾ ਜੀ ਨੂੰ ਕਹਿ ਦਿਓ ਕਿ ਹਰ ਸਾਲ ਆਪ ਜੀ ਨੇ ਦਰਸ਼ਨ ਕਰਨ ਵਾਸਤੇ ਹਜੂਰ ਸਾਹਿਬ ਜ਼ਰੂਰ ਆਇਆ ਕਰਨਾ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨਗੇ। ਸੋ ਐਸੀ ਬਖਸ਼ਿਸ਼ ਹੋਈ, ਜਿੰਨਾ ਚਿਰ ਤੱਕ ਬਾਬਾ ਜੀ ਸਰੀਰ ਕਰਕੇ ਰਹੇ ਆ, ਐਸੀ ਅਰਦਾਸ ਹਜੂਰ ਸਾਹਿਬ ਦੀ ਧਰਤੀ ਦੇ ਵਿੱਚ ਹੋਈ ਕਿ ਬਾਬਾ ਜੀ ਤਿਆਰ ਬਰ ਤਿਆਰ ਹੋ ਕੇ ਹਰ ਸਾਲ ਆਪਣੀਆਂ ਸੰਗਤਾਂ ਨੂੰ ਨਾਲ ਲੈ ਕੇ ਦਰਸ਼ਨ ਉਦਾਰਤ ਕਰਨ ਵਾਸਤੇ ਸੱਚਖੰਡ ਸ੍ਰੀ ਹਜੂਰ ਸਾਹਿਬ ਜਾਂਦੇ ਰਹੇ। ਸਾਡੇ ਹਜੂਰ ਸਾਹਿਬ ਦੇ ਪ੍ਰਬੰਧਕਾਂ ਨੇ ਬੇਨਤੀ ਕੀਤੀ ਬਾਬਾ ਜੀ ਦੇ ਚਰਨਾਂ ਵਿੱਚ ਆ ਕੇ, ਕਹਿੰਦੇ ਬਾਬਾ ਜੀ ਆਪ ਕਿਰਪਾ ਕਰੋ, ਇੱਥੇ ਕੋਈ ਨਾ ਕੋਈ ਤੁਸੀਂ ਵਿਦਿਆਲਾ ਖੋਲੋ, ਕੋਈ ਨਾ ਕੋਈ ਇੱਥੇ ਐਸਾ ਕੰਮ ਕਰੋ ਕਿ ਜੋ ਸਾਰਿਆਂ ਦਾ ਭਲਾ ਹੋਵੇ। ਬਾਬਾ ਜੀ ਕਹਿਣ ਲੱਗੇ ਬਈ ਅਸੀਂ ਸਤਿਗੁਰੂ ਜੀ ਦੇ ਸ਼ਰੀਕ ਨਹੀਂ ਬਣਨਾ, ਅਸੀਂ ਤਾਂ ਸਤਿਗੁਰੂ ਦੇ ਦਰਸ਼ਨ ਕਰਨ ਵਾਸਤੇ ਆਉਂਦੇ ਆ, ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਵਾਸਤੇ ਆਉਂਦੇ ਆ, ਅਸੀਂ ਕੋਈ ਆ ਕੇ ਸਤਿਗੁਰੂ ਦੇ ਸ਼ਰੀਕ ਬਣ ਕੇ ਨਹੀਂ ਬੈਠਣਾ। ਇਸ ਕਰਕੇ ਬਾਬਾ ਜੀ ਦੇ ਐਸੇ ਬਚਨ ਸਨ ਜਿਨ੍ਹਾਂ ਨੂੰ ਯਾਦ ਕਰਕੇ ਇਹ ਪਤਾ ਲੱਗਦਾ ਹੈ ਕਿ ਬ੍ਰਹਮ ਗਿਆਨੀ ਐਸਾ ਹੁੰਦਾ ਹੈ ਜੈਸੇ ਸੰਤ ਬਾਬਾ ਸਾਧੂ ਸਿੰਘ ਜੀ ਸਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬੜੀ ਵੱਡੀ ਕਿਰਪਾ ਕੀਤੀ ਹੈ ਸਾਡੇ ਵਰਗੇ ਗਰੀਬਾਂ ਦੇ ਉੱਤੇ ਵੀ। ਮੈਂ 2-4 ਵਾਰੀ ਉੱਥੋਂ ਆਉਣ ਦੀ ਕੋਸ਼ਿਸ਼ ਕੀਤੀ, ਕਿਉਂਕਿ ਮੈਨੂੰ 30-32 ਸਾਲ ਸਤਿਗੁਰਾਂ ਦੇ ਚਰਨਾਂ ਵਿੱਚ ਹੋ ਗਏ ਆ। ਮੈਂ ਇੱਕ ਵਾਰੀ ਬਾਬਾ ਲੱਖਾ ਸਿੰਘ ਜੀ ਨੂੰ ਬੇਨਤੀ ਕੀਤੀ, ਮੈਂ ਬਾਬਾ ਜੀ ਇੱਥੇ ਦਿਲ ਨਹੀਂ ਲੱਗਦਾ, ਵਾਪਸ ਚਲੀ ਗਏ ਤੁਹਾਡੇ ਕੋਲ। ਤੇ ਬਾਬਾ ਜੀ ਨੂੰ ਬੇਨਤੀ ਕੀਤੀ, ਬਾਬਾ ਜੀ ਹੱਸ ਕੇ ਕਹਿਣ ਲੱਗੇ, ਕਹਿੰਦੇ ਬਖਸ਼ੀਸਿਆਂ ਤੂੰ ਹਜੂਰ ਸਾਹਿਬ ਇੱਥੇ ਸੇਵਾ ਕਰਦਾ ਹੈ, ਤੇਰਾ ਕਰਕੇ ਅਸੀਂ ਵੀ ਆ ਜਾਂਦੇ। ਵੇਖੋ ਕਿੰਨਾ ਵੱਡਾ ਬਚਨ, ਤੇ ਮੇਰੇ ਵਰਗਿਆਂ ਨੂੰ ਕੌਣ ਪੁੱਛਦਾ ਇੱਕ ਬਚਨ ਐਸਾ ਮਹਾਂਪੁਰਸ਼ਾਂ ਦਾ। ਕਹਿੰਦੇ ਨਹੀਂ, ਸੱਚਖੰਡ ਛੱਡ ਕੇ ਨਹੀਂ ਜਾਣਾ, ਇੱਥੇ ਸੇਵਾ ਦੇ ਵਿੱਚ ਹਾਜ਼ਰ ਰਹਿਣਾ ਹੈ। ਇਸ ਕਰਕੇ ਉਹਨਾਂ ਮਹਾਂਪੁਰਸ਼ਾਂ ਨੇ ਜੋ ਕਿਰਪਾ ਸਾਡੇ ਵਰਗੇ ਨਤੀਜਿਆਂ ਉੱਤੇ ਕੀਤੀ ਹੈ, ਮੈਂ ਬਿਆਨ ਨਹੀਂ ਕਰ ਸਕਦਾ। ਕਿੰਨੇ ਮਹਾਂਪੁਰਸ਼ਾਂ ਦੇ ਕੌਤਕ ਅੱਖਾਂ ਦੇ ਨਾਲ ਜੋ ਵੇਖੇ ਹੋਏ ਆ। ਇੱਕ ਆਪ ਜੀ ਨੂੰ ਹੋਰ ਛੋਟੀ ਜੀ ਬੇਨਤੀ ਕਰਕੇ, ਕਿਉਂਕਿ ਮੈਂ ਸਮਾਪਤੀ ਕਰਦਾ ਹਾਂ, ਸਾਡੇ ਸਤਿਕਾਰਯੋਗ ਸੰਤ ਮਹਾਂਪੁਰਸ਼ ਜਹੇਦਾਰ ਸਾਹਿਬ ਭਾਈ ਇਕਬਾਲ ਸਿੰਘ ਜੀ ਸਿੰਘ ਸਾਹਿਬ, ਸ੍ਰੀ ਪਟਨਾ ਸਾਹਿਬ ਜੀ ਦੇ ਜਥੇਦਾਰ ਸਾਹਿਬ, ਸੰਤ ਬਾਬਾ ਮੇਜਰ ਸਿੰਘ ਜੀ, ਸੰਤ ਬਾਬਾ ਗੁਰਦੇਵ ਸਿੰਘ ਜੀ ਚੰਡੀਗੜ੍ਹ, ਸੋ ਹੋਰ ਵੀ ਮਹਾਂਪੁਰਸ਼ ਬੇਅੰਤ ਇੱਥੇ ਬਿਰਾਜਮਾਨ ਹੈ। ਸੋ ਜਿੰਨੇ ਦਰਸ਼ਨ ਦੀਦਾਰ ਕਰਕੇ ਮਹਾਂਪੁਰਸ਼ਾਂ ਦੇ ਮੈਂ ਆਨੰਦ ਮਾਣਿਆ ਹੈ, ਮੈਂ ਬਿਆਨ ਨਹੀਂ ਕਰ ਸਕਦਾ। ਸੋ ਇੱਕ ਵਾਰੀ ਮਹਾਂਪੁਰਸ਼ਾਂ ਨੇ ਐਸਾ ਕੌਤਕ ਕੀਤਾ ਹਜੂਰ ਸਾਹਿਬ ਦੀ ਧਰਤੀ ਵਿੱਚ। ਸੋ ਮਹਾਂਪੁਰਸ਼ ਇੱਕ ਸਿੰਘ ਨੂੰ ਕਹਿਣ ਲੱਗੇ, ਕਹਿੰਦੇ ਆ ਜਿਹੜਾ ਸਰਾਣਾ ਹੈ ਨਾ ਸਾਡੇ ਕੋਲੇ ਚੰਗਾ ਨਹੀਂ, ਸਰਾਣਾ ਬਦਲੀ ਕਰਕੇ ਲਿਆਓ। ਉਹ ਕਹਿੰਦਾ ਪਾਤਸ਼ਾਹ ਹੁਣੇ ਲੈ ਕੇ ਆਉਣਾ, ਮੈਂ ਸਰਾਣਾ ਬਦਲੀ ਕਰਕੇ ਲੈ ਆਉਣਾ। ਉਹ ਸਰਾਣਾ ਬਦਲੀ ਕਰਨ ਵਾਸਤੇ ਗਿਆ, ਲੈ ਕੇ ਆ, ਬਾਬਾ ਜੀ ਨੂੰ ਲਿਆ ਕੇ ਵਿਖਾਇਆ, ਕਹਿੰਦੇ ਪਾਤਸ਼ਾਹ ਠੀਕ ਹੈ। ਸੋ ਬਾਬਾ ਜੀ ਕਹਿਣ ਲੱਗੇ ਨਹੀਂ ਇਹ ਚੰਗਾ ਨਹੀਂ ਹੈ, ਇਹ ਅੱਖਾਂ ਨਾਲ ਵੇਖੇ ਹੋਏ ਹੈ ਕੌਤਕ, ਇਹ ਕੋਈ ਝੂਠ ਨਹੀਂ ਹੈ ਵੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਝੂਠ ਬੋਲੀ ਜਾ ਰਹੇ ਹੈ। ਬਾਬਾ ਜੀ ਕਹਿਣ ਲੱਗੇ ਨਹੀਂ ਸਰਾਣਾ ਚੰਗਾ ਨਹੀਂ ਹੈ। ਉਹ ਦੂਜਾ ਫਿਰ ਬਦਲੀ ਕਰਕੇ ਲਿਆਇਆ, ਹੋਰ ਬਦਲ ਕੇ ਲਿਆਇਆ। ਬਾਬਾ ਜੀ ਕਹਿੰਦੇ ਇਹ ਵੀ ਠੀਕ ਨਹੀਂ ਹੈ। ਤੀਜਾ ਸਰਾਣਾ ਹੋਰ ਲੈ ਕੇ ਆਇਆ ਬਦਲੀ ਕਰਕੇ, ਕਹਿੰਦੇ ਠੀਕ ਹੈ। ਹੁਣ ਜਿਹੜਾ ਬਾਬਾ ਜੀ ਕੋਲ ਸਰਾਣਾ ਪਿਆ ਸੀ ਉਹ ਸਿੰਘ ਨੂੰ ਦੇ ਦਿੱਤਾ, ਕਹਿੰਦੇ ਆਹ ਸਰਾਣਾ ਆਪਣੇ ਘਰ ਲੈ ਜਾ। ਤੇ ਸਾਧ ਸੰਗਤ ਜੀ ਅਗਲੇ ਦਿਨ ਉਹ ਕਿਸੇ ਕੰਮ ਵਾਸਤੇ 에ਅਰਪੋਰਟ ਸ਼ਾਇਦ ਬਾਬਾ ਜੀ ਨੇ ਭੇਜਿਆ ਹੈ, ਮੈਨੂੰ ਯਾਦ ਹੈ। ਜਦੋਂ 에ਅਰਪੋਰਟ ਤੋਂ ਵਾਪਸ ਆ ਰਹੇ ਸੀ ਤੇ ਰਸਤੇ ਵਿੱਚ ਕਾਰ ਦਾ ਐਕਸੀਡੈਂਟ ਹੋ ਗਿਆ। ਜਿਹੜੀ ਕਾਰ ਵਿੱਚ ਉਹ ਆ ਰਹੇ ਸੀ ਸਿੰਘ, ਉਹ ਜਿਨ੍ਹਾਂ ਦਾ ਸਰਾਣਾ ਬਦਲੀ ਕੀਤਾ, ਕਾਰ ਜਿਹੜੀ ਸੀ ਐਕਸੀਡੈਂਟ ਹੋ ਗਈ। ਐਸੀ ਬੁਰੀ ਤਰ੍ਹਾਂ ਹੋਈ, ਪਰ ਜੋ ਚਾਰ ਵਿੱਚ ਸਿੰਘ ਸੀ ਨਾ, ਉਹ ਸਿੰਘ ਦੇ ਸਮੇਤ ਕਿਸੇ ਨੂੰ ਝਰੀਟ ਨਹੀਂ ਆਈ। ਸੋ ਵੇਖੋ ਬ੍ਰਹਮ ਗਿਆਨੀ ਐਸੇ ਹੁੰਦੇ, ਉਹ ਪਹਿਲਾਂ ਹੀ ਜਾਣ ਲੈਂਦੇ ਸਮੇਂ ਨੂੰ, ਆਉਣ ਵਾਲੇ ਨੂੰ। ਇਹ ਅੱਖਾਂ ਨਾਲ ਸਾਰਾ ਪ੍ਰਤੱਖ ਨਜ਼ਾਰੇ ਵੇਖੇ ਹੋਏ ਆ। ਸੋ ਸਾਧ ਸੰਗਤ ਜੀ ਉਹ ਸਰਾਣਾ ਬਾਬਾ ਜੀ ਨੇ ਵੇਖੋ ਬਦਲੀ ਕੀਤਾ ਬਹਾਨੇ ਦੇ ਨਾਲ। ਉਹ ਸਿੰਘਾਂ ਨੂੰ, ਚਾਰ ਸਿੰਘਾਂ ਨੂੰ ਜਾਨ ਬਚਾਈ ਬਾਬਾ ਜੀ ਨੇ। ਕਾਰ ਫਿੱਤੀ ਹੋ ਗਈ ਹੈ, ਪਰ ਉਹਨਾਂ ਨੂੰ ਕਿਸੇ ਨੂੰ ਝਰੀਟ ਨਹੀਂ ਆਈ। ਇਹ ਸਾਰੇ ਕੌਤਕ ਮਹਾਂਪੁਰਸ਼ਾਂ ਦੇ ਅੱਖਾਂ ਦੇ ਨਾਲ ਮੈਂ ਖੁਦ ਤੱਕੇ ਹੋਇਆ, ਜੋ ਆਪ ਜੀ ਨੂੰ ਬੇਨਤੀ ਕੀਤੀ ਹੈ। ਸੋ ਮੈਂ ਅਰਦਾਸ ਕਰਾਂਗਾ ਸਤਿਗੁਰੂ ਦੇ ਚਰਨਾਂ ਵਿੱਚ ਕਿ ਸੰਤ ਬਾਬਾ
ਸਾਧੂ ਸਿੰਘ ਜੀ ਮਹਾਂਪੁਰਸ਼ਾਂ ਦੇ ਜੋ ਅਨਿਨ ਸੇਵਕ ਹੈ ਸੰਤ ਬਾਬਾ ਲੱਖਾ ਸਿੰਘ ਜੀ, ਕਿਉਂਕਿ ਮਹਾਂਪੁਰਸ਼ਾਂ ਦੀ ਸ਼ਕਤੀ ਜਿਹੜੀ ਸਾਧ ਸੰਗਤ ਜੀ ਉਹ ਆਪਣੇ ਆਪ ਹੀ ਅੱਗੇ ਪ੍ਰਵੇਸ਼ ਹੋ ਜਾਂਦੀ, ਉਹਨੂੰ ਕਰਨ ਦੀ ਲੋੜ ਨਹੀਂ ਹੁੰਦੀ। ਇਸ ਕਰਕੇ ਸਤਿਗੁਰੂ ਪਾਤਸ਼ਾਹ ਦੇ ਚਰਨਾਂ 'ਚ ਬੇਨਤੀ ਕਰਦੇ ਆਂ। ਹੁਣ ਵੀ ਬਾਬਾ ਜੀ ਗਏ ਸੀ ਉੱਥੇ, ਸਾਰੀਆਂ ਸੰਗਤਾਂ ਨੇ ਬੇਨਤੀ ਕੀਤੀ ਹਜ਼ੂਰ ਸਾਹਿਬ ਵੀ ਜੋ ਬਾਬਾ ਜੀ ਹਰ ਸਾਲ ਇੱਥੇ ਆਉਂਦੇ ਹੀ ਦੀਵਾਲੀ ਉੱਤੇ ਸੰਗਤਾਂ ਲੈ ਕੇ, ਤੁਸੀਂ ਕਿਉਂ ਨਹੀਂ ਆ ਰਹੇ? ਸੋ ਸਾਰਿਆਂ ਨੇ, ਜਹੇਦਾਰ ਸਾਹਿਬ ਜੀ ਨੇ ਵੀ ਸਾਰਿਆਂ ਇਹਨਾਂ ਨੂੰ ਬੇਨਤੀ ਕੀਤੀ। ਮੈਂ ਵੀ ਹੁਣ ਬੇਨਤੀ ਕਰਦਾ ਇਹਨਾਂ ਨੂੰ ਕਿ ਜਿੱਦਾਂ ਬਾਬਾ ਸਾਧੂ ਸਿੰਘ ਜੀ ਮਹਾਰਾਜ ਸੰਗਤਾਂ ਨੂੰ ਲੈ ਕੇ ਆਉਂਦੇ ਸੀ, ਇਹ ਸਾਲ ਤੋਂ ਇਹਨਾਂ ਨੂੰ ਜ਼ਰੂਰ ਬੇਨਤੀ ਕਰਦਾ ਕਿ ਇਹ ਉਸੇ ਤਰ੍ਹਾਂ ਹੀ ਸੰਗਤਾਂ ਨੂੰ ਲੈ ਕੇ ਆ ਕੇ ਦਰਸ਼ਨ ਕਰਿਆ ਕਰਨ, ਕਰਵਾਇਆ ਕਰਨ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ। ਸੋ ਬਹੁਤਾ ਕੁਝ ਨਾ ਕਹਿੰਦਾ ਹੋਇਆ, ਕਿਉਂਕਿ ਕੌਤਕ ਤੇ ਬਹੁਤ ਤੱਕਿਆ ਹੈ, ਪਰ ਹੋਰ ਵੀ ਸਾਰੇ ਮਹਾਂਪੁਰਸ਼ ਬੈਠੇ ਆ, ਸਾਰਿਆਂ ਨੇ ਹਾਜ਼ਰੀ ਭਰਨੀ ਹੈ। ਦਾਸ ਦੀਆਂ ਇੰਨੀਆਂ ਹੀ ਬੇਨਤੀਆਂ ਪ੍ਰਵਾਨ ਕਰਨੀਆਂ, ਹਾਜ਼ਰੀ ਪ੍ਰਵਾਨ ਕਰ ਲੈਣੀ। ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ, ਪਿਆਰ ਦੇ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਸਾਹਿਬਾਂ ਦੀ ਗੋਦ ਵਿੱਚ ਬੈਠ ਕੇ ਮਾਲਕ ਦੇ ਗੁਣ ਗਾਇਨ ਕਰਨ ਵਾਸਤੇ ਜੁੜੇ ਹਾਂ। ਉਸ ਪਿਆਰੇ ਦੇ ਪਿਆਰ ਵਿੱਚ ਭਿੱਜ ਕੇ ਉਸ ਮਾਲਕ ਦੇ ਰੰਗ ਵਿੱਚ ਰੰਗੇ ਹੋਏ ਸਤਿਗੁਰਾਂ ਦੇ ਗੀਤ ਗਾਉਣ ਵਾਸਤੇ ਜੁੜੇ ਹਾਂ। ਅੱਜ ਬਖਸ਼ੀਸ਼ਾਂ ਦਾ ਦਿਹਾੜਾ ਹੈ, ਰਹਿਮਤਾਂ ਦਾ ਦਿਨ, ਕਿਉਂਕਿ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਨਿੱਘੀ ਗੋਦ ਵਿੱਚ ਬੈਠੇ ਹਾਂ। ਉਹ ਤਪ ਅਸਥਾਨ ਧੰਨ ਧੰਨ ਬਾਬਾ ਨੰਦ ਸਿੰਘ ਜੀ, ਧੰਨ ਧੰਨ ਬਾਬਾ ਈਸ਼ਰ ਸਿੰਘ ਜੀ, ਜਿਸ ਧਰਤੀ ਤੇ ਹਮੇਸ਼ਾ ਆਪ ਜੁੜਦੇ ਹੋ। ਪੂਰਨਮਾਸ਼ੀ ਦਾ ਦਿਹਾੜਾ ਹੋਵੇ, ਬਾਬਾ ਜੀ ਦੀ ਬਰਸੀ ਦੇ ਦਿਨ ਹੋਣ, ਅੱਜ ਉਹ ਮਹਾਂਪੁਰਸ਼ ਤਤ ਬੇਤਾ ਸੰਤ ਬਾਬਾ ਸਾਧੂ ਸਿੰਘ ਜੀ, ਜਿਨ੍ਹਾਂ ਦੀ ਸਿਮਰਤੀ ਵਿੱਚ ਬੜੀ ਸ਼ਰਧਾ ਭਾਵਨਾ ਨਾਲ, ਜਿੱਥੇ ਸੰਤ ਬਾਬਾ ਲੱਖਾ ਸਿੰਘ ਜੀ ਦਾ ਬਹੁਤ ਵੱਡਾ ਯੋਗਦਾਨ, ਘਰ ਘਰ ਜਾ ਕੇ ਬਾਬਾ ਜੀ ਦੇ ਬਚਨਾਂ ਨੂੰ ਅੱਗੇ ਤੋਰਨਾ, ਉਸੇ ਤਰ੍ਹਾਂ ਬਾਬਾ ਜੀ ਦੀ ਮਰਜ਼ਾਦਾ ਨੂੰ ਘਰ ਘਰ ਵਿੱਚ ਦ੍ਰਿੜਤਾ। ਔਰ ਸਟੇਜ ਤੇ ਸਿੰਘ ਸਾਹਿਬ ਬੈਠੇ ਹਨ, ਪੰਥ ਦੀਆਂ ਮਹਾਨ ਹਸਤੀਆਂ ਬੈਠੀਆਂ, ਗੁਰੂ ਕੇ ਕੀਰਤਨੀਏ ਬੈਠੇ ਹਨ। ਢਿੱਲੋਂ ਸਾਹਿਬ ਨੇ 15 ਮਿੰਟ ਦਾ ਸਮਾਂ ਦਿੱਤਾ ਹੈ। ਆਓ ਕੇਵਲ ਹਾਜ਼ਰੀ ਕੀਰਤਨ ਦੇ ਰੂਪ ਵਿੱਚ, ਜਿੰਨੀ ਤੁਧ ਨੂੰ ਧਨ ਕਿਹਾ, ਤਿੰਨ ਜੰਮ ਨੇੜ ਨਾ ਆਇਆ। ਜਿਨ੍ਹਾਂ ਨੇ ਆਪਣੇ ਜੀਵਨ ਵਿੱਚ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਧੰਨ ਕਹਿ ਦਿੱਤਾ, ਧੰਨ ਧੰਨ ਬਾਬਾ ਨੰਦ ਸਿੰਘ ਜੀ ਦੀ ਸੇਵਾ ਵਿੱਚ ਜੀਵਨ, ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਦੀ ਸੇਵਾ ਵਿੱਚ ਧੰਨ ਕਹਿ ਕੇ ਜੀਵਨ ਗੁਜ਼ਾਰਿਆ। ਅੱਜ ਉਹਨਾਂ ਦੀ ਸਿਮਰਤੀ ਵਿੱਚ ਜੁੜੇ ਹਾਂ। ਇਹ ਸ਼ਬਦ ਤਾਰਿਆ ਜਹਾਨ ਲਹਿਆ ਅਭਮਾਨ, ਜਿਨ੍ਹੀਂ ਦਰਸ਼ਨ ਪਾਇਆ। ਜਿਨ੍ਹਾਂ ਨੇ ਇੱਕ ਵਾਰ ਵੀ ਦੀਦਾਰ ਕਰ ਲਏ, ਇੱਕ ਵਾਰ, ਤੇ ਜਿਨ੍ਹਾਂ ਦੀ ਸਿਮਰਤੀ ਵਿੱਚ ਜੁੜੇ ਹੋ, ਰੋਜ਼ ਸਤਿਗੁਰਾਂ ਦੇ ਦੀਦਾਰ ਤੇ ਰੋਜ਼ ਕਰਨੇ, ਤੇ ਬਾਬਾ ਜੀ ਦੀਆਂ ਵੀ ਬਖਸ਼ਿਸ਼ਾਂ ਰਹਿਮਤਾਂ ਨਾਲ ਝੋਲੀਆਂ ਭਰੀਆਂ। ਆਓ ਇਹ ਸ਼ਬਦ ਸਾਰੇ ਮਿਲ ਕੇ ਪਿਆਰ ਨਾਲ ਪੜ੍ਹ ਲਈਏ। ਕੋਈ ਰਸਨਾ ਵਾਜੀ ਦਾ। ਜਿਨ੍ਹੀਂ ਤੁਧ ਨੂੰ ਧਨ ਕਹਿਆ, ਤਿੰਨ ਜਮ ਨੇੜ ਨਾ ਆਇਆ। ਜਿਨ੍ਹੀਂ ਤੁਧ ਨੂੰ ਧਨ ਕਹਿਆ, ਤਿੰਨ ਜਮ ਨੇੜ ਨਾ ਆਇਆ। ਤਿੰਨ ਜਮ ਨੇੜ ਨਾ ਆਇਆ, ਤਿੰਨ ਜਮ ਨੇੜ ਨਾ ਆਇਆ। ਤਿੰਨ ਜਮ ਨੇੜ ਨਾ ਆਇਆ, ਤਿੰਨ ਜਮ ਨੇੜ ਨਾ ਆਇਆ। ਜਿਨ੍ਹੀਂ ਤੁਧ ਨੂੰ ਧਨ ਕਹਿਆ, ਤਿੰਨ ਜਮ ਨੇੜ ਨਾ ਆਇਆ। ਜਿਨ੍ਹੀਂ ਤੁਧ ਨੂੰ ਧਨ ਕਹਿਆ, ਤਿੰਨ ਜਮ ਨੇੜ ਨਾ ਆਇਆ।
ਦਰਸ਼ਨ ਪਾਇਆ ਤਾਰਿਆਂ ਜਹਾਨ ਲਹਿਆ ਬ੍ਰਹਮਾ ਜਿਨੀ ਦਰਸ਼ਨ ਪਾਇਆ ਜਿਨੀ ਤੁਧ ਨੂੰ ਤਨ ਕਹਿਆ ਤਿਨ ਜਮ ਨੇੜੇ ਨਾ ਆਇਆ ਜਿਨੀ ਤੁਧ ਨੂੰ ਤਨ ਕਹਿਆ ਤਿਨ ਜਮ ਨੇੜੇ ਨਾ ਆਇਆ ਤਿਨ ਜਮ ਨੇੜੇ ਨਾ ਆਇਆ ਦਿਨ ਜਮ ਨੇੜੇ ਨਾ ਆਇਆ ਦਿਨ ਜਮ ਨੇੜ ਨਾ ਆਇਆ ਤਿਨ ਜਮ ਨੇੜ ਨਾ ਆਇਆ ਜਿਨੀ ਤੁਧ ਨੂੰ ਤਨ ਕਹਿਆ ਤਿਨ ਜਮ ਨੇੜ ਨਾ ਆਇਆ ਜਿਨੀ ਤੁਧ ਨੂੰ ਤਨ ਕਹਿਆ ਤਿਨ ਜਮ ਨੇੜ ਨਾ ਆਇਆ ਮੋਹਨ ਤੂੰ ਸੁਫਲ ਫਲਿਆ ਸੁਫਲ ਫਲਿਆ ਸਣ ਪਰਵਾਰੇ ਮੋਹਨ ਤੂੰ ਸੁਫਲ ਫਲਿਆ ਸੁਫਲ ਫਲਿਆ ਸਣ ਪਰਵਾਰੇ ਮੋਹਨ ਪੁੱਤਰ ਮੀਤ ਪਾਈ ਮੀਤ ਪਾਈ ਕੁਟੰਬ ਸਭ ਤਾਰੇ ਤਾਰਿਆਂ ਜਹਾਨ ਲੈ ਆਇਆ ਭੀਮਾ ਜਿਨੀ ਦਰਸ਼ਨ ਪਾਇਆ ਤਾਰਿਆਂ ਜਹਾਨ ਲੈ ਆਇਆ ਬ੍ਰਹਮਾ ਜਿਨੀ ਦਰਸ਼ਨ ਪਾਇਆ ਜਿਨੀ ਤੁਧ ਨੋ ਤਨ ਕਹਿਆ ਤਿਨ ਜਮ ਨੇੜ ਨਾ ਆਇਆ ਜਿਨੀ ਤੁਧ ਨੋ ਤਨ ਕਹਿਆ ਤਿਨ ਜਮ ਨੇੜ ਨਾ ਆਇਆ ਤਿਨ ਜਮ ਨੇੜ ਨਾ ਆਇਆ ਤਿਨ ਜਮ ਨੇੜ ਨਾ ਆਇਆ ਦਿਨ ਜਮ ਨੇੜ ਨਾ ਆਇਆ ਦਿਨ ਜਮ ਨੇੜ ਨਾ ਆਇਆ ਜਿਨੀ ਤੁਧ ਨੋ ਤਨ ਕਹਿਆ ਤਿਨ ਜਮ ਨੇੜ ਨਾ ਆਇਆ ਜਿਨੀ ਤੁਧ ਨੋ ਤਨ ਕਹਿਆ ਤਿਨ ਜਮ ਨੇੜ ਨਾ ਆਇਆ
संसारिया जहान, लहा बमान जिन्नी दर्शन पाया। जिन्ना एक वार भी दीदार कर ले तर गए, मां दी गर्भ जोनी तो भी रहत हो गए। संसार दे आवागमन दे चक्कर तो रहत हो गए। जिन्ना एक वार दीदार कर ले ते जिन्ना एक वार धन कह दिता, केड़ा फल है एक वार धन कहण। मालिक नूं धन कहना तां एक पासे कोई मालिक दे बख्शिया होया नूं भी धन कह देवे। तुद सलाहन तिन धन पल्ले, नानक का धन सोई। जे को जियो कहे उन्हां को, जम की तलब न होई। कोई रब दे रंग विच रहन वाले बंदगी करन वालियां नूं कोई एक वार भी जी आया नूं ही कह देवे, जी आया नूं। आ भगत जालन जी बंदगी करदे सन ना, जिथे नाम जपना उथे सारा महीना काम भी करना। जदों तनख्वाह लैण दा वक्त आउणा, जिस मुंशी कोलों तनख्वाह लैंदे सन, जदों उस मुंशी कोल जाना, उस मुंशी ने भगत जालन जी नूं तकना, कुर्सी छड्ड के खलो जाना, हथ जोड़ देने, आओ भगत जी आओ, जी आया नूं। बहन वास्ते बेनती करनी, जल पानी पुछ लेना, ते भगत जालन जी ने तनख्वाह लैनी ते चले जाना, बंदगी विच जुड़ जाना। होर भी दुनिया दे लोग तनख्वाह लैण मुंशी कोल आउंदे सन, पर इस मुंशी ने पूरी तनख्वाह भी ना देनी, तनख्वाह विचों भी कुछ ना कुछ हिस्सा रख लेना। समा लंघदा गया। एक दिन ऐसा आया, ये मुंशी काम ते आया, कुर्सी ते बैठा, रब दी नेत ऐसी, समा आ गया। ਉਹ दिन आ गया जेड़ा दिन आना सारियां ते है। कुर्सी ते बैठिया ही रंग नीला पीला हो गया, शरीर कंबण लग पिया, तकदियां तकदियां सुआस निकल गए, रौला पै गया, इकट्ठ हो गया बई मुंशी जेड़ा रोज तनख्वाह देंदा सी शरीर छड्ड गया। दुनिया दे लोगां दा इकट्ठ होया ते अज भगत जालन जी भी उस पासे आ गए। जदों सामने आ खलोते ते भगत जालन जी तक रहे हैं, वही बड़ा चंगा सी। जदों आउंदे सां बड़ा प्यार करदा सी, जल पानी पुछदा सी, बड़ा चंगा सी। चंगा कहिंदियां कहिंदियां भगत जालन जी दिव दृष्टि विच हो गए ते ख्याल आया रामगढ़ आए होणगे, विमान विच बिठा के इस मुंशी नूं लिजा रहे होणगे। जदों दिव दृष्टि नाल तकिया, की तकिया, जमदूता ने पकड़िया होया मुंशी नूं। पकड़िया ही नहीं, संगलां नाल जकड़िया, क्योंकि बाणी गवाही दिंदी, वड्डा होआ दुनीदार, गल संगल कत चलाया, अगे करनी कीरत वाचीए। संगलां नाल जकड़िया। भगत जालन जी हैरान हो गए ते बड़ा चंगा सी। जदों आउंदे सां बड़ा प्यार करदा सी, जल पानी पुछदा सी, बहन वास्ते बेनती करदा सी, जमदूता ने पकड़िया। बस भगत जालन जी ने चंगा चंगा कह दिता। बंदगी करन वालियां दी रसना तो चंगा निकल गया। मालिक दा हुक्म आ गया, रामगढ़ो जमदूता नूं आखो छड़ दिओ। ये भगत जालन दे प्यार वाला है, हुण भगत ने चंगा कह दिता है, इनू चंगी थां लै जाओ, चंगी थां लै जाओ। रामगढ़ आ गए, जमदूतो छड़ दिओ, ये भगत जालन दे प्यार वाला है। एक वार बंदगी करन वालियां नूं जी आयां नूं कहा, एक वार नाम जपण वालियां नूं जल पानी पुछिया, जमा दी मार तो बच गया। अज रामगढ़ विमान विच बिठा के उस मुंशी नूं जी आयां नूं कहिंदे ले जा रहे हन, जी आयां नूं, जी आयां नूं। आ बंदगी करन वालियां नूं जी आयां नूं कहण दा किहड़ा फल मिल गया। ते जिन्हां ने बई मालिक नूं जी आयां नूं कहा, मालिक नूं धन किया, उन्हां दे नेड़े दुख आ सकदा है, यम आ सकदा है। आओ उन्हां बख्शिया होयां दी याद विच सिमरती विच जुड़े हाँ। जिन्नी तुदनू धन कहा, तिन जम नेड़ ना आया। समा हो गया, इन्नी क सेवा
ਪ੍ਰਵਾਨ ਕਰਨਾ, ਜਿੱਥੇ ਸਤਿਗੁਰਾਂ ਦਾ ਧੰਨਵਾਦ, ਆਪ ਰੱਬ ਵਰਗੀਆਂ ਸੰਗਤਾਂ ਦਾ, ਮਹਾਂਪੁਰਸ਼ ਸੰਤ ਬਾਬਾ ਲੱਖਾ ਸਿੰਘ ਜੀ ਔਰ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਜੀ ਬੈਠੇ ਹਨ, ਹੋਰ ਮਹਾਨ ਰੂਹਾਂ ਬੈਠੀਆਂ ਹਨ। ਹਾਜ਼ਰੀ ਪ੍ਰਵਾਨ ਕਰਨਾ, ਅਸੀਸ ਬਖਸ਼ੋ, ਪਿਆਰ ਸਹਿਤ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਗੁਰੂ ਸਵਾਰੇ ਕੀਰਤਨੀਏ ਭਾਈ ਸਾਹਿਬ ਭਾਈ ਗੁਰਚਰਨ ਸਿੰਘ ਜੀ ਰਸੀਆ ਦੇ ਜਥੇ ਪਾਸੋਂ ਇੱਕ ਸ਼ਬਦ ਦਾ ਰਸਪੰਨਾ ਕੀਰਤਨ ਸਰਵਣ ਕਰ ਰਹੇ ਸੋ। ਭਾਈ ਸਾਹਿਬ ਨੇ ਬੜਾ ਸੁੰਦਰ ਫਰਮਾਨ ਕੀਤਾ ਕਿ ਜਿਹੜੇ ਅਕਾਲ ਪੁਰਖ ਨੂੰ ਧੰਨ ਕਹਿੰਦੇ ਨੇ, ਜਿਹੜੇ ਬੰਦਗੀ ਵਿੱਚ ਜੁੜਦੇ ਨੇ। ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਜੀ, ਤੁਹਾਡੀ ਨਜ਼ਰ ਹੈ ਇੱਕ ਸ਼ੇਰ ਉਰਦੂ ਦਾ, ਪਰਸ਼ੀਅਨ ਦਾ ਸ਼ੇਰ ਹੈ। ਇਹ ਬੜਾ ਮੁਖਤਸਰ ਸ਼ੇਰ ਹੈ ਔਰ ਇਹਦੇ ਵਿੱਚ ਬਹੁਤ ਵੱਡੀ ਫਿਲਾਸਫੀ ਕਲਮਬੰਦ ਹੈ। ਜ਼ਿੰਦਗੀ ਬੇਬੰਦਗੀ ਸ਼ਰਮਿੰਦਗੀ, ਇੰਨਾ ਹੀ ਸ਼ੇਰ ਹੈ। ਜ਼ਿੰਦਗੀ ਬੇਬੰਦਗੀ ਸ਼ਰਮਿੰਦਗੀ, ਯਾਨੀ ਜਿਹੜੀ ਜ਼ਿੰਦਗੀ ਵਿੱਚੋਂ ਮਨਫੀ ਹੈ ਬੰਦਗੀ, ਉਹ ਫਿਰ ਮਤ ਸ਼ਰਮਿੰਦਾ ਥੀ ਵਹੀ ਸਾਈਂ ਦੇ ਦਰਬਾਰ, ਉਹਨੂੰ ਸ਼ਰਮਿੰਦਾ ਹੀ ਥੀਣਾ ਪਵੇਗਾ। ਇਸ ਕਰਕੇ ਕਰ ਬੰਦੇ ਤੂੰ ਬੰਦਗੀ ਜਿਚਰ ਘਟਮੇ ਸਾਹੋ, ਜਿੰਨਾ ਚਿਰ ਇਹ ਪ੍ਰਾਣ ਚੱਲਦੇ ਨੇ ਬੰਦਗੀ ਵਿੱਚ ਲੀਨ ਰਹਿਣਾ। ਔਰ ਅੱਜ ਜਿਹੜੇ ਬੰਦਗੀ ਵਿੱਚ ਲੀਨ ਰਹੇ ਉਹਨਾਂ ਦੀਆਂ ਬਰਸੀਆਂ ਮਨਾਈਆਂ ਜਾ ਰਹੀਆਂ ਨੇ। ਸੰਤ ਬਾਬਾ ਲੱਖਾ ਸਿੰਘ ਜੀ ਮਹਾਨ ਪਰਉਪਕਾਰੀ, ਔਰ ਇਹਨਾਂ ਦੇ ਜਿੰਨੇ ਵੀ ਸਹਿਯੋਗੀ ਨੇ, ਬਾਬਾ ਅਵਤਾਰ ਸਿੰਘ ਜੀ, ਹੋਰ ਸਾਰੇ ਸਮੁੱਚੀ ਜੋ ਸੰਪਰਦਾਇ ਵੱਲੋਂ ਇਹ ਜੋ ਮਹਾਨ ਕਾਰਜ ਕੀਤਾ ਜਾ ਰਿਹਾ ਹੈ। ਧੰਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗ ਤਰਾਇਆ। ਜਨ ਆਵਨ ਕਹੇ ਸੁਆਓ, ਜਨ ਕੇ ਸੰਚਿਤ ਆਵੇ ਨਾਓ। ਇੱਥੇ ਹੀ ਬਸ ਨਹੀਂ, ਆਪ ਮੁਕਤ ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਤੋ ਬਹੁਤ ਧੰਨਵਾਦ ਭਾਈ ਸਾਹਿਬ ਭਾਈ ਗੁਰਚਰਨ ਸਿੰਘ ਜੀ ਰਸੀਆ ਦਾ। ਗੁਰੂ ਮਹਾਰਾਜ ਦੀ ਬੜੀ ਕਿਰਪਾ ਹੈ ਇਹਨਾਂ ਤੇ। ਮੈਂ ਜਿਉਂ ਆਇਆ ਆਖਦਾ ਹਾਂ ਸੰਤ ਬਾਬਾ ਜਸਪਾਲ ਸਿੰਘ ਜੀ ਧਾਲੀਆਂ ਵਾਲੇ, ਸਰਦਾਰ ਕੰਵਰਜੀਤ ਸਿੰਘ ਜੀ ਮੱਲੀ, ਸਰਦਾਰ ਗੁਰਚਰਨ ਸਿੰਘ ਜੀ ਗਰੇਵਾਲ, ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਔਰ ਕਲੇਰ ਸਾਹਿਬ ਜਿਹੜੇ ਵਿਧਾਨਕਾਰ ਨੇ ਇੱਥੋਂ, ਔਰ ਬਹੁਤ ਵੱਡੇ ਆਫੀਸਰ ਰਿਟਾਇਰਡ ਨੇ ਸਿਵਲ ਸਰਵਿਸਿਜ਼ ਦੇ, ਉਹਨਾਂ ਨੂੰ ਜੀ ਆਇਆਂ ਕਹਿੰਦਾ। ਸਮੂਹ ਸਾਧ ਸੰਗਤ ਨੂੰ, ਸਿੰਘ ਸਾਹਿਬ ਨੂੰ ਇੱਕ ਵਾਰੀ ਫੇਰ ਜੀ ਆਇਆਂ ਕਹਿੰਦਾ। ਹੁਣ ਮੈਂ ਬੇਨਤੀ ਕਰਾਂਗਾ ਸੰਤ ਬਾਬਾ ਮੇਜਰ ਸਿੰਘ ਜੀ ਨੂੰ 5 ਮਿੰਟ ਦਾ ਸਮਾਂ ਹੈ, ਤੋ ਉਹ 5 ਮਿੰਟਾਂ ਲਈ ਆਪਣੇ ਵਿਚਾਰ ਆਪ ਜੀ ਨਾਲ ਸਾਂਝੇ ਕਰਨ। ਉਸ ਤੋਂ ਬਾਅਦ ਅਗਲਾ ਪ੍ਰੋਗਰਾਮ ਅਰਜ਼ ਕਰਾਂਗਾ। ਸੰਤ ਬਾਬਾ ਮੇਜਰ ਸਿੰਘ। ਜੋ ਜਾਣੈ ਤੇ ਸਦਾ ਸੁਖ ਹੋਏ, ਆ ਮਲਾਏ ਲਏ ਜਨ ਸੋਏ। ਉਹ ਧਨਵੰਤ ਕੁਲਵੰਤ ਪਤਵੰਤ, ਜੀਵਨ ਮੁਕਤ ਜਿਸ ਹਿਰਦੇ ਭਗਵੰਤ। ਧੰਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਨ ਆਵਨ ਕਾ ਇਹ ਸੁਆਓ, ਜਨ ਕੈ ਸੰਗ ਚਿਤ ਆਵੇ ਨਾਓ। ਆਪ ਮੁਕਤ ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ, ਸਤਿਗੁਰੂ ਜੀ ਦੀ ਸਾਜੀ ਨਵਾਜੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤਾਂ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰੋਂ ਕਰੋ ਵਰਸਾਏ ਗੁਰੂ ਪਿਆਰੇ ਮਹਾਂਪੁਰਖ ਬਾਬਾ ਸਾਧੂ ਸਿੰਘ ਜੀ, ਉਹਨਾਂ ਦੀ ਤੀਸਰੀ ਸਾਲਾਨਾ ਬਰਸੀ ਦੇ ਸੰਬੰਧ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਜੁੜ ਬੈਠੇ ਜੇ। ਸਮਾਂ ਬਹੁਤ ਸੀਮਤ ਆ। ਮਹਾਂਪੁਰਸ਼ਾਂ ਦੇ ਜੀਵਨ ਬਾਰੇ ਕੁਝ ਬੇਨਤੀਆਂ ਕਰਨੀਆਂ ਨੇ। ਬਾਬਾ ਸਾਧੂ ਸਿੰਘ ਜੀ ਦਾ ਜੀਵਨ ਇੱਕ ਅਮਲੀ ਗੁਰਸਿੱਖ ਦਾ ਜੀਵਨ, ਅਸਲੀਅਤ ਜਿਹੋ ਜਿਹਾ ਗੁਰਸਿੱਖ ਹੋਣਾ ਚਾਹੀਦਾ ਹੈ, ਜਿਹੋ ਜਿਹਾ ਸੰਤ ਹੋਣਾ ਚਾਹੀਦਾ ਹੈ, ਐਸਾ ਜੀਵਨ ਸੀ ਉਹਨਾਂ ਦਾ।
ਉਹਨਾਂ ਦੀ ਜ਼ਿੰਦਗੀ ਦੇ ਵਿੱਚ ਗੁਰੂ ਕੀ ਬਾਣੀ ਦੇ ਵਾਕਾਂ ਅਨੁਸਾਰ ਜਬ ਤੇ ਦਰਸ਼ਨ ਭੇਟੇ ਸਾਧੂ ਭਲੇ ਦਿਨ ਸੋਇ ਆਏ ਮਹਾ ਆਨੰਦ ਸਦਾ ਕਰ ਕੀਰਤਨ ਪੁਰਖ ਵਿਧਾਤਾ ਪਾਏ ਪੂਰਨ ਬ੍ਰਹਮ ਗਿਆਨੀ ਬਾਬਾ ਆਨੰਦ ਸਿੰਘ ਜੀ ਉਹਨਾਂ ਦੇ ਸ਼ਰਨ ਵਿੱਚ ਆਉਣਾ, ਉਹਨਾਂ ਦੀ ਸੰਗਤ ਵਿੱਚ ਆਉਣਾ, ਬਾਬਾ ਜੀ ਨੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਚਰਨੀ ਲਾਉਣਾ ਤੇ ਬਹੁਤ ਵੱਡੀ ਗੱਲ ਆਪਣੀ ਸਰੀਰਕ ਸੇਵਾ ਵੀ ਉਹਨਾਂ ਨੂੰ ਦੇ ਦੇਣੀ। 7 ਸਾਲ ਦਾ ਸਮਾਂ ਤਕਰੀਬਨ ਬਾਬਾ ਆਨੰਦ ਸਿੰਘ ਜੀ ਦੇ ਗੜਵਈ ਇਸ ਰੂਪ ਵਿੱਚ ਬਾਬਾ ਸਾਧੂ ਸਿੰਘ ਜੀ ਨੇ ਸਮਾਂ ਬਤੀਤ ਕੀਤਾ। ਕਿੱਡੀ ਮਹਾਨ ਭਾਰੀ ਸੇਵਾ ਹੋਵੇਗੀ। ਬਾਬਾ ਆਨੰਦ ਸਿੰਘ ਜੀ 12 ਵਜੇ ਤੋਂ ਬਾਅਦ ਰਾਤ ਦੇ 12 ਵਜੇ ਤੋਂ ਤਕਰੀਬਨ 12:15 ਵਜੇ ਇਸ਼ਨਾਨ ਕਰਕੇ ਸਿਮਰਨ ਵਿੱਚ ਜੁੜ ਜਾਂਦੇ ਸਨ। ਬਾਬਾ ਸਾਧੂ ਸਿੰਘ ਜੀ ਨੇ ਉਹਨਾਂ ਤੋਂ ਪਹਿਲਾਂ ਉੱਠ ਕੇ ਇਸ਼ਨਾਨ ਕਰਨਾ, ਤਿਆਰੀ ਕਰਨੀ ਤੇ ਬਾਬਾ ਆਨੰਦ ਸਿੰਘ ਜੀ ਦਾ ਇਸ਼ਨਾਨ ਕਰਾਉਣਾ, ਸਾਰੀ ਸਰੀਰਕ ਸੇਵਾ ਕਰਨੀ। ਬਾਬਾ ਆਨੰਦ ਸਿੰਘ ਜੀ ਨੇ ਸਿਮਰਨ ਵਿੱਚ ਜੁੜ ਜਾਣਾ, ਸਮਾਧੀ ਲਵਲੀਨ ਹੋ ਜਾਣਾ। ਇਹ ਨਹੀਂ ਕਿ ਬਾਬਾ ਜੀ ਸਮਾਧੀ ਲਵਲੀਨ ਹੋ ਗਏ ਤੇ ਬਾਬਾ ਸਾਧੂ ਸਿੰਘ ਜੀ ਆਪ ਲੰਮੇ ਪੈ ਗਏ, ਆਰਾਮ ਕਰਨ ਲੱਗ ਪਏ। ਆਪ ਪੂਰੀ ਹਾਜ਼ਰੀ ਭਰਨੀ, ਖਲੋ ਕੇ ਪਹਿਰਾ ਦੇਣਾ, ਜਾਪ ਕਰਨਾ, ਬਹੁਤ ਵੱਡੀ ਮਹਾਨ ਸੇਵਾ ਕੀਤੀ। ਤੇ ਉਹਨਾਂ ਤੋਂ ਮਗਰੋਂ ਸੰਤ ਬਾਬਾ ਈਸਰ ਸਿੰਘ ਜੀ ਬਾਬਾ ਆਨੰਦ ਸਿੰਘ ਜੀ ਤੋਂ ਜੋ ਦੂਸਰੀ ਜਗ੍ਹਾ ਤੇ ਹੋਏ ਨੇ, 20 ਸਾਲ ਦਾ ਸਮਾਂ ਉਹਨਾਂ ਦੀ ਗੜਵਈ ਦੀ ਸੇਵਾ ਕੀਤੀ। ਇਸੇ ਤਰ੍ਹਾਂ ਰਾਤ ਨੂੰ ਉਹਨਾਂ ਨੂੰ ਇਸ਼ਨਾਨ ਕਰਾਉਣਾ 12:15 ਵਜੇ, ਸਾਰੀ ਸਰੀਰਕ ਸੇਵਾ ਆਪ ਬਾਬਾ ਜੀ ਕਰਦੇ ਰਹੇ। ਬਾਬਾ ਈਸਰ ਸਿੰਘ ਜੀ ਜਦੋਂ ਸੱਚਖੰਡ ਪਿਆਨਾ ਕੀਤਾ, ਉਹਨਾਂ ਤੋਂ ਮਗਰੋਂ ਇਹ ਨਹੀਂ ਕਿ ਇੰਨੀ ਸੇਵਾ ਕਰਨ ਤੋਂ ਮਗਰੋਂ ਆਪ ਆਰਾਮ ਨਾਲ ਬੈਠ ਗਏ। ਬਾਬਾ ਈਸਰ ਸਿੰਘ ਜੀ ਨੇ ਇਸ ਸਥਾਨ ਦੀ ਮਹਾਨ ਸੇਵਾ ਵਿੱਚ ਬਾਬਾ ਸਾਧੂ ਸਿੰਘ ਜੀ ਨੂੰ ਲਾਉਣਾ ਕੀਤਾ। ਜੋ ਕੁਝ ਉਹਨਾਂ ਦੇ ਸਰੀਰਕ ਸੇਵਾ ਕਰਦੇ ਆ, ਉਹਨਾਂ ਵੱਲ ਵੇਖਣਾ ਕੀਤਾ, ਤੱਕਣਾ ਕੀਤਾ, ਸਿੱਖਿਆ, ਉਹਨਾਂ ਦੀ ਹਾਜ਼ਰੀ ਭਰਦੇ ਆ। ਆਪ ਸਾਰੀ ਜ਼ਿੰਦਗੀ ਦੇ ਆਖਰੀ ਸਵਾਸਾਂ ਤੱਕ ਰਾਤ 12:30 ਵਜੇ ਉੱਠ ਕੇ ਇਸ਼ਨਾਨ ਕਰਨਾ, ਸਿਮਰਨ ਭਜਨ ਬੰਦਗੀ ਸਾਰਾ ਦਿਨ ਲਵਲੀਨ ਰਹਿਣਾ। ਜਿਸ ਤਰ੍ਹਾਂ ਵੱਡੇ ਮਹਾਂਪੁਰਖ ਬਹੁਤ ਸੂਖਮ ਖੁਰਾਕ, ਥੋੜੀ ਖੁਰਾਕ ਖਾਂਦੇ ਸਨ, ਜਿਵੇਂ ਬਾਬਾ ਆਨੰਦ ਸਿੰਘ ਜੀ ਬਾਰੇ ਜ਼ਿਕਰ ਆਉਂਦਾ ਹੈ, 1 ਤੋਲਾ ਅੰਨ ਰੋਜ਼ਾਨਾ ਦਾ ਛਕਦੇ ਸਨ। ਬਾਬਾ ਈਸਰ ਸਿੰਘ ਜੀ ਬਹੁਤ ਸੂਖਮ ਖੁਰਾਕ ਖਾਂਦੇ ਸਨ। ਇਸੇ ਤਰ੍ਹਾਂ ਬਾਬਾ ਸਾਧੂ ਸਿੰਘ ਜੀ ਵੀ ਬਹੁਤ ਥੋੜੀ ਖੁਰਾਕ, ਥੋੜਾ ਜਿਹਾ ਫਲ, ਸੇਬ ਜਾਂ ਪਪੀਤਾ, ਉਹ ਵੀ ਥੋੜਾ ਜਿਹਾ, ਇੰਨਾ ਖਾ ਕੇ ਸਿਮਰਨ ਭਜਨ ਜੁੜੇ ਰਹਿਣਾ। ਤੇ ਉਹਨਾਂ ਦੀ ਗੜਵਈ ਦੀ ਸੇਵਾ, ਇਹ ਸਾਰੇ ਵਚਨ ਬਾਬਾ ਗੁਰਦੇਵ ਸਿੰਘ ਜੀ ਚੰਡੀਗੜ੍ਹ ਵਾਲੇ ਸੁਣਾ ਰਹੇ ਸਨ, ਜਿਨ੍ਹਾਂ ਨੇ 10 ਸਾਲ ਬਾਬਾ ਸਾਧੂ ਸਿੰਘ ਜੀ ਨਾਲ ਗੜਵਈ ਦੀ ਸੇਵਾ ਕੀਤੀ। ਉਹਨਾਂ ਦੇ ਇਸ਼ਨਾਨ ਦੀ ਸੇਵਾ, ਸਰੀਰ ਦੀ ਸੇਵਾ। ਤੇ ਉਹਨਾਂ ਤੋਂ ਮਗਰੋਂ ਇਹ ਸੇਵਾ ਬਾਬਾ ਲੱਖਾ ਸਿੰਘ ਜੀ ਦੇ ਕੋਲ ਆਉਣਾ ਕੀਤੀ, ਜੋ ਅੱਜ ਕੱਲ ਇਸ ਸਥਾਨ ਤੇ ਮੁੱਖ ਸੇਵਾਦਾਰ ਦੇ ਰੂਪ ਵਿੱਚ ਬਾਬਾ ਸਾਧੂ ਸਿੰਘ ਜੀ ਤੋਂ ਮਗਰੋਂ ਸੇਵਾ ਨਿਭਾ ਰਹੇ ਨੇ। ਬਾਬਾ ਗੁਰਦੇਵ ਸਿੰਘ ਜੀ ਚੰਡੀਗੜ੍ਹ ਸੇਵਾ ਕਰਾ ਰਹੇ ਨੇ। ਮੈਂ ਚੰਡੀਗੜ੍ਹ ਇੱਕ ਵਾਰੀ ਇਹਨਾਂ ਕੋਲ ਸਮਾਗਮ ਤੇ ਗਿਆ ਸੀ, ਥੋੜਾ ਜਿਹਾ ਸਮਾਂ ਕੁਝ ਕੁ ਮਿੰਟ ਬੋਲਿਆ ਤੇ ਬਾਅਦ ਚ ਬਾਬਾ ਜੀ ਨੇ ਬੁਲਾ ਲਿਆ। ਬਾਬਾ ਸਾਧੂ ਸਿੰਘ ਜੀ ਮਹਾਂਪੁਰਖ ਉੱਪਰ ਬੈਠੇ ਸਨ ਚੁਬਾਰੇ ਦੇ ਵਿੱਚ। ਮੈਂ ਜਾ ਕੇ ਫਤਿਹ ਬੁਲਾਈ, ਨਮਸਕਾਰ ਕੀਤੀ। ਬਚਨ ਕਰਦਿਆਂ ਮੈਨੂੰ ਕਹਿਣ ਲੱਗੇ, ਠੀਕ ਰਾਜੀ ਖੁਸ਼ੀ। ਮੈਂ ਕਿਹਾ ਜੀ ਆਪ ਜੀ ਦੀ ਕਿਰਪਾ ਹੈ, ਸਿਮਰਨ ਕਰਦੇ, ਬਾਣੀ ਪੜਿਆ ਕਰੋ, ਨਾਮ ਜਪਿਆ ਕਰੋ। ਤੇ ਮੇਰੇ ਮੂੰਹੋਂ ਨਿਕਲਿਆ, ਮੈਂ ਕਿਹਾ ਜੀ ਕਿਰਪਾ ਕਰੋ, ਆਪ ਜੀ ਬਾਬਾ ਆਨੰਦ ਸਿੰਘ ਜੀ ਦੇ ਗੜਵਈ ਰਹੇ ਜੇ ਇਹ ਕਹਿ ਲਈਏ ਬ੍ਰਹਮ ਗਿਆਨੀ ਆਪ ਪਰਮੇਸ਼ਰ ਰੱਬ ਦੇ ਹੀ ਗੜਵਈ ਰਹੇ ਜੇ ਤਾਂ ਕੋਈ ਸ਼ੱਕ ਵਾਲੀ ਗੱਲ ਨਹੀਂ। ਕਿਰਪਾ ਕਰੋ ਉਹਨਾਂ ਦੇ ਜੀਵਨ ਦੀ ਕੋਈ ਗੱਲ ਸੁਣਾਓ। ਸਟੇਜ ਤੇ ਉਸ ਵਕਤ ਸੋਲਨ ਦੀਆਂ ਪਹਾੜੀਆਂ ਤੋਂ ਅੱਗੇ ਜਾ ਕੇ ਬਾਬਾ ਜੀ ਦੇ ਤਪ ਕਰਨ ਦੀ ਗੱਲ ਚੱਲ ਰਹੀ ਸੀ। ਉਹ ਸਾਖੀ ਸੁਣ ਕੇ ਕਹਿਣ ਲੱਗੇ, ਉਸ ਵਕਤ ਮੈਂ ਨਾਲ ਸੀ ਬਾਬਾ ਆਨੰਦ ਸਿੰਘ ਜੀ ਦੇ, ਜਦੋਂ ਸੋਲਨ ਤੋਂ ਅੱਗੇ ਜਾ ਕੇ ਬਿਲਕੁਲ ਘੋਰ ਜੰਗਲ ਦੇ ਵਿੱਚ ਅਤ ਠੰਡੇ ਥਾਂ ਤੇ ਉੱਥੇ ਤਪ ਕੀਤਾ, ਬੰਦਗੀ ਕੀਤੀ। ਤੇ ਉਸ ਸਥਾਨ ਤੇ ਜਿੱਥੇ ਸ਼ੇਰਾਂ ਦਾ ਵਾਸਾ, ਜਿੱਥੇ ਸੱਪਾਂ ਦਾ ਵਾਸਾ, ਬਿਲਕੁਲ ਕੋਈ ਚੀਜ਼ ਉਹਨਾਂ ਸਰੀਰ ਦੇ ਨੇੜੇ ਨਹੀਂ ਸੀ ਆਉਂਦੀ, ਬਲਕਿ ਨਮਸਕਾਰਾਂ ਹੀ ਕਰਕੇ ਜਾਂਦੇ ਸਨ। ਉਸ ਵਕਤ ਉਹਨਾਂ ਦੀ ਖੁਰਾਕ, ਫਲ ਫਰੂਟ ਵੀ ਬਿਲਕੁਲ ਬੰਦ,
ਰੋਟੀ ਵੀ ਬੰਦ, ਕੇਵਲ ਰੁੱਖਾਂ ਦੇ ਪੱਤੇ ਜਿਹੜੇ ਨੇ ਉਹ ਉਬਾਲ ਕੇ ਉਹਦਾ ਰਸ ਪੀਣਾ। ਉਹ ਸਮਾਂ ਉੱਥੇ ਉਹਨਾਂ ਨੇ ਇੰਨੀ ਭਾਰੀ ਬੰਦਗੀ ਕੀਤੀ। ਇਹ ਸਾਰੇ ਬਚਨ ਉਹਨਾਂ ਸੁਣਾਉਣਾ ਕਿ ਸਮਾਂ ਬਹੁਤ ਸੀਮਿਤ ਆ, ਸਮਾਂ ਸੰਪੂਰਨ ਹੋ ਗਿਆ। ਦਾਸ ਇੰਨੀਆਂ ਕੁ ਬੇਨਤੀਆਂ ਕਰਦਾ, ਫਤਿਹ ਬੁਲਾਉਂਦਾ ਹੈ। ਬਾਬਾ ਲੱਖਾ ਸਿੰਘ ਜੀ ਦਾ, ਬਾਬਾ ਗੁਰਦੇਵ ਸਿੰਘ ਜੀ ਦਾ ਧੰਨਵਾਦ, ਜਿਨ੍ਹਾਂ ਨੇ ਇਸ ਮਹਾਨ ਪਵਿੱਤਰ ਸਥਾਨ ਤੇ ਸਦਕੇ, ਜਿੱਥੇ ਮਹਾਂਪੁਰਸ਼ਾਂ ਨੇ ਤਪੱਸਿਆ, ਬੰਦਗੀ, ਤਪ ਕੀਤਾ, ਤੇ ਨਾਲ ਮਹਾਂਪੁਰਖਾਂ ਦੀ ਯਾਦ ਵਿੱਚ ਜਿਨ੍ਹਾਂ ਸਾਰੀ ਜ਼ਿੰਦਗੀ ਨਾਮ ਸਿਮਰਨ ਭਜਨ ਬੰਦਗੀ ਕਰਦਿਆਂ ਬਤੀਤ ਕੀਤੀ, ਉਹਨਾਂ ਦੀ ਉਪਮਾ ਮਹਿਮਾ ਕਰਨ ਦਾ ਸਮਾਂ ਦਿੱਤਾ ਹੈ। ਸਾਰੀਆਂ ਸੰਗਤਾਂ ਜਿਹੜੀਆਂ ਮਹਾਂਪੁਰਸ਼ਾਂ ਦੀ ਹਾਜ਼ਰੀ ਵਿੱਚ ਜੁੜ ਬੈਠੀਆਂ ਨੇ, ਤੁਹਾਡੇ ਵੱਡੇ ਭਾਗ ਨੇ, ਜਿੱਥੇ ਮਹਾਂਪੁਰਸ਼ਾਂ ਜੀਵਨ ਬਾਰੇ ਸੁਣ ਕੇ ਤੁਸੀਂ ਆਪਣੇ ਜੀਵਨ ਵਿੱਚ ਕੋਈ ਸੇਧ ਲੈਣੀ ਆ, ਆਪਾਂ ਵੀ ਕੋਈ ਸਿੱਖਣਾ ਹੈ। ਉਹਨਾਂ ਦਾ ਜੀਵਨ ਕੈਸਾ ਸੀ, ਆਪਣੇ ਜੀਵਨ ਵਿੱਚੋਂ ਆਪਣੇ ਤੇ ਵੀ ਕੋਈ ਕਿਰਪਾ ਕਰ ਦੇਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸੰਤ ਬਾਬਾ ਮੇਜਰ ਸਿੰਘ ਜੀ ਆਪ ਜੀ ਦਾ। ਮਿੱਥੇ ਸਮੇਂ ਵਿੱਚ ਆਪ ਜੀ ਨੇ ਆਪਣੇ ਪ੍ਰਵਚਨਾਂ ਨੂੰ ਸੰਕੋਚਿਆ ਹੈ। ਇਸ ਤੋਂ ਪਹਿਲਾਂ ਕਿ ਭਾਈ ਸੇਵਾ ਸਿੰਘ ਜੀ ਇੱਕ ਸ਼ਬਦ ਰਾਹੀਂ ਹਾਜ਼ਰੀ ਭਰਨ, ਮੈਂ ਇੱਕ ਖੁਸ਼ਖਬਰੀ ਤੁਹਾਨੂੰ ਦੇਣੀ ਚਾਹੁੰਦਾ ਹਾਂ। ਜਿੱਥੇ ਹੋਰ ਚੈਨਲ ਇਹਨੂੰ ਰਿਕਾਰਡ ਕਰ ਰਹੇ ਨੇ, ਉੱਥੇ ਪਹਿਲੀ ਵਾਰੀ ਮੇਰਾ ਆਪਣਾ ਮਹਿਕਮਾ, ਮੈਨੂੰ ਤੁਸੀਂ ਸਾਰੇ ਜਾਣਦੇ ਹੋ, ਦੂਰਦਰਸ਼ਨ ਜਲੰਧਰ ਇਹਨੂੰ ਰਿਕਾਰਡ ਕਰ ਰਿਹਾ ਹੈ। ਔਰ ਆਉਣ ਵਾਲੇ ਦਿਨਾਂ ਵਿੱਚ ਸਮਾਂ ਅਸੀਂ ਅਨਾਉਂਸ ਕਰ ਦਿਆਂਗੇ, ਔਰ ਉਸ ਟਾਈਮ ਤੇ ਕਰਾਂਗੇ ਜਿਹੜਾ ਗੱਲਾਂ ਦੇ ਗੀਤ ਦਾ ਪ੍ਰੋਗਰਾਮ ਹੁੰਦਾ, ਤਾਂ ਕਿ ਤੁਹਾਨੂੰ ਪਤਾ ਲੱਗ ਜਾਏ। ਸਵੇਰੇ ਇੱਕ ਘੰਟਾ 3 ਦਿਨ ਜਲੰਧਰ ਦੂਰਦਰਸ਼ਨ ਤੋਂ ਬਾਬਾ ਜੀ ਦੇ ਚੋਇਸ ਦੇ ਮੁਤਾਬਕ ਤਕਰੀਬਨ 6:30 ਤੋਂ 7:30 ਵਜੇ ਤੱਕ ਬਹੁਤ ਪ੍ਰਾਈਮ ਟਾਈਮ ਹੁੰਦਾ। ਸਵੇਰੇ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਤੋਂ 6:30 ਤੋਂ 7 ਵਜੇ ਤੱਕ, ਕਿਉਂਕਿ 7:30 ਵਜੇ ਫਿਰ ਸਮਾਂ ਖਰੀਦਿਆ ਹੋਇਆ ਗੁਰਿਕਬਾਲ ਸਿੰਘ ਹੋਰਾਂ ਨੇ, ਉਹ ਸਾਡੀ ਮਜਬੂਰੀ ਆ। ਨਹੀਂ ਤਾਂ ਮੈਂ ਚਾਹੁੰਦਾ ਸੀ 7 ਤੋਂ 8 ਲਾਇਆ ਜਾਵੇ। ਤੋਂ ਉਹਦਾ ਫਿਰ ਇੱਕ ਰਿਪੋਰਟ ਵੀ ਬਕਾਇਦਾ ਅਲੱਗਾ ਬਣਾ ਕੇ ਦਿਆਂਗੇ। ਦੂਸਰੀ ਖੁਸ਼ਖਬਰੀ ਇਹ ਹੈ ਕਿ ਇੱਕ ਪ੍ਰਾਈਮ ਟਾਈਮ ਤੇ ਬਾਬਾ ਜੀ ਦੇ ਪ੍ਰਵਚਨਾਂ ਦਾ ਪ੍ਰੋਗਰਾਮ ਸ਼ੁਰੂ ਕਰ ਰਹੇ ਹਾਂ ਬੜੀ ਜਲਦੀ, ਅੱਧੇ ਘੰਟੇ ਦਾ, ਦੂਰਦਰਸ਼ਨ ਜਲੰਧਰ ਤੋਂ ਰੋਜ਼ਾਨਾ ਇੱਕ ਵਾਰ। ਜਿਸ ਦਿਨ ਬਾਬਾ ਲੱਖਾ ਸਿੰਘ ਜੀ ਗਏ ਨਾ, ਤੇ ਬਾਬਾ ਅਵਤਾਰ ਸਿੰਘ ਜੀ ਨਾਲ ਸਨ, ਹੋਰ ਸੰਗਤ ਸਨ, ਸੰਗਤਾਂ ਦੇ ਰੂਪ ਚ ਕੁਝ ਸੱਜਣ ਗਏ। ਡਾਇਰੈਕਟਰ ਸਾਹਿਬ ਏਡੇ ਗੁਰੂ ਘਰ ਦੇ ਪਿਆਰੇ ਆ, ਜਿਹੜੇ ਨਵੇਂ ਆਏ ਨੇ, ਡਾਕਟਰ ਦਲਜੀਤ ਸਿੰਘ ਜੀ ਰਿਟਾਇਰ ਹੋ ਗਏ, ਬੜੀ ਵੱਡੀ ਸੇਵਾ ਕਰਕੇ ਗਏ ਆ। ਉਹ ਅੱਗੋਂ ਇੰਨਾ ਪਿਆਰ ਨਾਲ ਮਿਲੇ, ਔਰ ਹੁਣ ਤੱਕ ਇਹਨਾਂ ਦੀਆਂ ਗੱਲਾਂ। ਅੱਜ ਉਹਨਾਂ ਨੇ ਆਉਣਾ ਸੀ, ਮੈਨੂੰ ਰਿਪਰੈਜ਼ੈਂਟ ਕਰਨ ਲਈ ਭੇਜਿਆ। ਆਪ ਉਹਨਾਂ ਦੀ ਚੰਡੀਗੜ੍ਹ ਕੋਈ ਮੀਟਿੰਗ ਸੀ, ਉੱਥੋਂ ਲੇਟ ਆ ਰਹੇ ਨੇ ਉਹ। ਨਹੀਂ ਤਾਂ ਉਹਨਾਂ ਨੇ, ਉਹ ਕਹਿੰਦੇ ਸੀ ਮੇਰੀ ਨਤਮਸਤਕ ਹੋ ਕੇ ਹਾਜ਼ਰੀ ਪ੍ਰਵਾਨ ਕਰਨ ਲਈ ਸਤਿਗੁਰਾਂ ਅੱਗੇ ਬੇਨਤੀ ਕਰਨੀ। ਤੋਂ ਸਤਿਗੁਰੂ ਡਾਕਟਰ ਓਮ ਗੌਰੀ ਦੱਤ ਸ਼ਰਮਾ ਸਾਡੇ ਨਵੇਂ ਡਾਇਰੈਕਟਰ ਆਏ ਨੇ, ਜਿਨ੍ਹਾਂ ਨੇ ਕਿ ਰਿਟਾਇਰਮੈਂਟ ਤੋਂ ਬਾਅਦ ਦਾਸ ਨੂੰ ਆਪਣਾ ਚੀਫ ਐਡਵਾਈਜ਼ਰ ਨਿਯੁਕਤ ਕੀਤਾ ਹੈ। ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਚੜ੍ਹਦੀਆਂ ਕਲਾਂ ਬਖਸ਼ੇ। ਗਰੇਵਾਲ